ਸਾਨੂੰ ਪਹਿਲਾਂ ਹੋਟਲ ਵਾਈਟ ਹਾਊਸ ਸੱਦਿਆ, ਉੱਥੇ ਵੀਰ ਸਿੰਘ ਸੀ, ਦੀਪ ਸਿੱਧੂ ਸੀ, ਮੈਂ ਸੀ, ਲੱਖਾ ਸਦਾਣਾ ਜਦੋਂ। ਇਹ ਰੱਬ ਤੁਸੀਂ ਵਾਰਤਾ ਸਾਰੀ ਜਿਹੜੀ ਹੂਬਹੂ ਲਿਖੀ ਵੀ। ਪਹੁੰਚਿਆ ਨੂੰ 5 ਮਿੰਟ ਹੋਏ ਆ ਤੇ ਦਵਿੰਦਰ ਸੇਖੋਂ ਦਾ ਫਿਰ ਫੋਨ ਆ ਜਾਂਦਾ ਕਿ ਤੁਸੀਂ ਜਲਦੀ ਵਾਪਸ ਆ ਜਾਓ, ਕੁਛ ਲੋਕ ਜਿਹੜੇ ਨੇ ਉਹ ਗੜਬੜ ਕਰ ਸਕਦੇ ਨੇ, ਤੁਹਾਡਾ ਨੁਕਸਾਨ ਹੋ ਸਕਦਾ ਹੈ। ਕਿ ਸੱਚਮੁੱਚ ਸਾਡੀ ਉਡੀਕ ਹੋ ਰਹੀ ਸੀ ਜਾਂ ਸਾਨੂੰ ਕਿਸੇ ਜਾਲ 'ਚ ਫਸਾਇਆ ਜਾ ਰਿਹਾ ਸੀ, ਇਹ ਤੇ ਹੁਣ ਇਹਨਾਂ ਨੇ ਕਲੀਅਰ ਕਰਨਾ। ਦਵਿੰਦਰ ਸੇਖੋਂ ਨੇ ਕਮੈਂਟ ਦੇ ਵਿੱਚ ਬਕਾਇਦਾ ਇਸ ਗੱਲ ਨੂੰ ਮੈਂਸ਼ਨ ਕਰਕੇ ਲਿਖਿਆ ਕਿ ਵਾਕਿਆ ਹੀ ਇਹ ਸਭ ਕੁਝ ਹੋਇਆ ਔਰ ਮੈਨੂੰ ਬਲਦੇਵ ਸਿਰਸੇ ਨੇ ਫੋਨ ਕੀਤਾ ਸੀਗਾ ਕਿ ਸੱਚਮੁੱਚ ਹੀ ਉੱਥੇ ਗੜਬੜ ਹੋ ਸਕਦੀ ਹੈ। 1 ਮਹੀਨਾ ਪਹਿਲਾਂ ਮੈਂ ਇੱਕ ਵੀਡੀਓ ਦੇ ਵਿੱਚ ਗੱਲ ਕਹੀ ਸੀ ਕਿ ਜਿਹੜੀਆਂ ਗੱਲਾਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਪਰੋਂ ਕੀਤੀਆਂ ਜਾ ਰਹੀਆਂ ਨੇ ਨਾ, ਇਹ ਜਦੋਂ ਗੱਲਾਂ ਨੂੰ ਮਨ ਦੇ ਵਿੱਚ ਵਸਾ ਕੇ ਨੌਜਵਾਨ ਭੜਕ ਕੇ ਤੇ ਇਹਨਾਂ ਜ਼ਿੰਮੇਵਾਰੀ ਲੈਣ ਤੋਂ ਭੱਜ ਜਾਣਾ, ਉਹੀ ਗੱਲ ਹੋਈ ਨਾ। ਮੰਚ ਤੋਂ ਕਿਹਾ ਜਾਂਦਾ ਸੀ ਮੋਦੀ ਦੀ ਹਿੱਕ ਤੇ ਟਰੈਕਟਰ ਚੜਾ ਦਾਂਗੇ, ਮੋਦੀ ਦੀ ਹਿੱਕ ਤੇ ਘੋੜੇ ਨੱਚਣਗੇ, ਲਾਲ ਕਿਲੇ ਤੇ ਆਪਣਾ ਝੰਡੇ ਚਲਾ ਦੇਵਾਂਗੇ। ਤੇ ਜਦੋਂ ਨੌਜਵਾਨਾਂ ਨੇ ਫਿਰ ਨਾਲ ਤੁਰ ਲਈ ਕਿਹਾ ਤੇ ਉਦੋਂ ਲੀਡਰਾਂ ਨੇ ਆਪਣਾ ਜਿਹੜਾ ਰਸਤਾ ਸੀ ਉਹ ਬਦਲ ਲਿਆ। ਕਿਤੇ ਵੀ ਲੈਫਟਿਸਟ ਵਰਡ ਜਾਂ ਜਿਹੜੀਆਂ ਖੱਬੇ ਪੱਖੀ ਜਥੇਬੰਦੀਆਂ ਨੇ ਉਹ ਇਸ ਚਰਚਾ ਦੇ ਨਾਲ ਕਦੀ ਵੀ ਸਾਡੇ ਨਾਲ ਇਸ ਗੱਲ ਦੇ ਉੱਪਰ ਡਿਬੇਟ ਕਰ ਸਕਦੀਆਂ ਨੇ ਕਿ ਕਿਸਾਨ ਦੇ ਜੀਵਨ ਦੇ ਵਿੱਚੋਂ ਧਰਮ ਨੂੰ ਮਨਫੀ ਕਰਕੇ ਵੇਖਿਆ ਨਹੀਂ ਜਾ ਸਕਦਾ। ਜੇ ਇਹਨਾਂ ਨੂੰ ਕੋਈ ਐਵੇਂ ਦੀ ਗੱਲ ਸੀ ਉਦੋਂ ਹੀ ਕਹਿ ਦੇਣਾ ਚਾਹੀਦਾ ਸੀ ਕਿ ਸਿੱਖ ਵਿਚਾਰਧਾਰਾ ਹੀ ਸਾਡੇ ਸੰਘਰਸ਼ 'ਚੋਂ ਬਾਹਰ ਰਵੇ। ਸੋ ਅਸੀਂ ਲੋਕਾਂ ਦੇ ਵਿੱਚ ਉਹ ਗੱਲ ਵੀ ਲੈ ਕੇ ਗਏ ਕਿ ਜਿਹੜੇ ਆਗੂ ਸੀ ਇਹਨਾਂ ਮੰਚ ਦੇ ਉੱਪਰੋਂ ਤਾਂ ਇਹ ਗੱਲ ਕੀਤੀ ਕਿ ਅਸੀਂ ਕਾਨੂੰਨ ਰੱਦ ਕਰਾਉਣ ਤੋਂ ਬਿਨਾਂ ਵਾਪਸ ਨਹੀਂ ਮੁੜਾਂਗੇ, ਤੇ ਹੁਣ ਇਹ ਅਮੈਂਡਮੈਂਟਸ ਦੇ ਉੱਪਰ ਜਾਂ ਫਿਰ ਇਹ ਸਸਪੈਂਸ਼ਨ ਦੇ ਉੱਪਰ ਆਉਂਦੇ ਨਜ਼ਰ ਆ ਰਹੇ ਨੇ। ਔਰ ਇਹ ਗੱਲਾਂ ਸਾਨੂੰ ਕਿਸੇ ਨੇ ਬਾਹਰੋਂ ਨਹੀਂ ਦੱਸੀਆਂ, ਸਾਨੂੰ ਆਗੂਆਂ ਦੇ ਵਿੱਚੋਂ ਹੀ ਇਹ ਜਾਣਕਾਰੀ ਮਿਲੀ। ਪਰ ਬਹੁਤ ਸਾਰੇ ਜਿਹੜੇ ਆਗੂ ਸਰਕਾਰ ਦੇ ਨਾਲ ਸਮਝੌਤਾਵਾਦੀ ਰੁਖ ਅਪਣਾਉਂਦੇ ਨੇ, ਉਹਨਾਂ ਨੂੰ ਹੁਣ ਇਸ ਗੱਲ ਦੇ ਉੱਪਰੋਂ ਫਿਰਨ ਨਾ ਦਿੱਤਾ ਜਾਵੇ ਕਿ ਜਾਂ ਤਾਂ ਅਸੀਂ ਰੱਦ ਕਰਾ ਕੇ ਮੁੜਾਂਗੇ ਨਹੀਂ ਤੇ ਇੱਥੇ ਬੈਠਾਂਗੇ। ਹੁਣ ਗੱਲ ਹੋਂਦ ਦੀ ਹੈ, ਫਿਰ ਕੀ ਹੋਇਆ, ਜਥੇਬੰਦੀਆਂ ਭੱਜ ਜਾਂਦੀਆਂ, ਭੱਜਣ ਆਗੂ ਭੱਜ ਜਾਂਦੇ ਨੇ, ਭੱਜਣ। ਪਰ ਇੱਕ ਗੱਲ ਤਾਂ ਯਾਦ ਰਵੇਗੀ ਨਾ ਕਿ ਅਸੀਂ ਇਸ ਸੰਘਰਸ਼ ਤੋਂ ਮੁਨਕਰ ਨਹੀਂ ਹੋਏ, ਅਸੀਂ ਇਸ ਤੋਂ ਭੱਜੇ। ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਇਹ ਸਵਾਲ ਕੀਤਾ ਜਾਂਦਾ ਨਾ ਜੀ, ਇਸ ਕਿਸਾਨੀ ਸੰਘਰਸ਼ ਨੂੰ ਧਰਮ ਦੀ ਰੰਗਤ ਨਾ ਦਿਓ, ਨਾ ਤਾਂ ਕਿਸੇ ਨੇ ਧਰਮ ਦੀ ਰੰਗਤ ਦਿੱਤੀ ਹੈ ਤੇ ਮੋੜਵਾਂ ਜਵਾਬ ਇਹ ਹੈ ਕਿ ਕਿਸਾਨ ਦੇ ਵਿੱਚੋਂ ਧਰਮ ਨੂੰ ਕੱਢਿਆ ਹੀ ਨਹੀਂ ਜਾ ਸਕਦਾ। ਸੋਚ ਕੇ ਦੇਖੋ, ਜਦੋਂ ਪੰਜਾਬ ਦੀ ਧਰਤੀ ਤੋਂ ਕਿਸਾਨੀ ਸੰਘਰਸ਼ ਦੀ ਆਰੰਭਤਾ ਹੋਈ ਸੀ ਤਾਂ ਕਿਹੜੇ-ਕਿਹੜੇ ਵੀਰ ਭਰਾ ਇਕੱਠੇ ਹੋ ਕੇ ਫੀਲਡ ਦੇ ਵਿੱਚ ਵਿਚਰੇ। ਬਹੁਤ ਸਾਰੇ ਗਾਇਕ, ਬੁੱਧੀਜੀਵੀ, ਵਿਗਿਆਨੀ ਆਪਾਂ ਕਹਿ ਸਕਦੇ ਹਾਂ, ਵਿਦਵਾਨ ਕਹਿ ਸਕਦੇ ਹਾਂ, ਸਾਰਿਆਂ ਨੇ ਇਕੱਠੇ ਹੋ ਕੇ ਰੋਲ ਅਦਾ ਕੀਤਾ। ਤੇ ਹੁਣ ਕਿਸਾਨੀ ਸੰਘਰਸ਼ ਕਿੱਥੇ ਖੜਾ ਹੈ, ਇਸ ਦੇ ਬਾਰੇ ਆਪਾਂ ਨੇ ਗੱਲਬਾਤ ਕਰਨੀ ਹੈ। ਸਿੱਖ ਫਿਲਾਸਫਰ ਸਾਡੇ ਨਾਲ ਨੇ, ਸੁਖਪ੍ਰੀਤ ਸਿੰਘ ਜੀ ਉਦੋਗੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫੀਲਡ ਦੇ ਵਿੱਚ ਤੁਸੀਂ ਵਿਚਰੇ ਹੋ, ਪੰਜਾਬ ਦੀ ਧਰਤੀ ਤੋਂ ਤੁਸੀਂ ਸ਼ੁਰੂਆਤ ਕੀਤੀ ਹੈ। ਮੁੱਕਦੀ ਗੱਲ ਜੇ ਆਪਾਂ ਕਰੀਏ, ਅੱਜ ਕਿਵੇਂ ਲੱਗਦਾ ਤੁਹਾਨੂੰ ਕਿਸਾਨੀ ਸੰਘਰਸ਼ ਅੱਜ ਕਿੱਥੇ ਖੜਾ ਹੈ? ਵੇਖੋ ਵੀਰ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜਾ ਸੰਘਰਸ਼ ਹੁੰਦਾ ਨਾ, ਉਹਦੇ ਵਿੱਚ ਖੜੋਤ ਜਦੋਂ ਆਉਂਦੀ ਹੈ ਤਾਂ ਉਦੋਂ ਆਉਂਦੀ ਹੈ ਜਦੋਂ ਜਿਹੜੀ ਆਗੂ ਪ੍ਰਣਾਲੀ ਹੁੰਦੀ ਹੈ ਉਹ ਸਹੀ ਫੈਸਲੇ ਲੈਣ ਦੇ ਸਮਰੱਥ ਨਹੀਂ ਹੁੰਦੀ। ਜਦੋਂ ਸੰਘਰਸ਼ ਦੇ ਵਿੱਚ ਸਰਗਰਮੀ ਜਾਂ ਸੰਘਰਸ਼ ਦੇ ਵਿੱਚ ਰਵਾਨਗੀ ਜਨਮ ਲੈਂਦੀ ਹੈ ਤੇ ਉਹ ਉਦੋਂ ਲੈਂਦੀ ਹੈ ਜਦੋਂ ਜਾਂ ਤਾਂ ਵਿਰੋਧੀ ਧਿਰ ਵੱਲੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਮਲਾਵਰ ਰੁਖ ਅਪਣਾਇਆ ਜਾ ਰਿਹਾ ਹੁੰਦਾ, ਤੇ ਜਾਂ ਫਿਰ ਜਿਹੜੇ ਸੰਘਰਸ਼ ਦੇ ਆਗੂਆਂ ਦੇ ਪ੍ਰੋਗਰਾਮ ਹੁੰਦੇ ਨੇ ਲੋਕਾਂ ਦੀ ਮਾਨਸਿਕਤਾ ਦੇ ਅਨੁਕੂਲ ਹੁੰਦੇ ਨੇ। ਉਦਾਹਰਨ ਦੇ ਤੌਰ ਤੇ ਜਿਸ ਤਰ੍ਹਾਂ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ, ਉਹਦੇ ਉੱਪਰ ਜਿਸ ਤਰ੍ਹਾਂ ਦੇ ਨਾਲ ਸਰਕਾਰ ਨੇ ਰੁਖ ਅਪਣਾਇਆ, ਹਮਲਾਵਰ ਰੁਖ ਅਪਣਾਇਆ, ਉਹਨਾਂ ਦੇ ਉੱਪਰ ਹਮਲਾ ਹੋਇਆ, ਭੰਨ ਤੋੜ ਕੀਤੀ ਗਈ, 2-4 ਦਿਨ ਉਹਨਾਂ ਦੇ ਉੱਪਰ ਪਥਰਾਅ ਵੀ ਕੀਤਾ ਗਿਆ। ਸੰਘ ਦੇ ਜਰ ਖਰੀਦ ਜਿਹੜੇ ਵਰਕਰ ਸੀ ਉਹਨਾਂ ਦੀ ਮਦਦ ਜਿਹੜੀ ਸੀ ਉਹ ਵੀ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ। ਉਹਦੇ ਨਾਲ ਕੀ ਹੋਇਆ ਕਿ ਉਸ ਪਾਸੇ ਮੰਚ ਦੇ ਉੱਪਰ ਸਰਗਰਮੀ ਦੇਖਣ ਨੂੰ ਮਿਲੀ। ਦੂਸਰੇ ਪਾਸੇ 26 ਤੋਂ ਬਾਅਦ ਜਿਹੜੀਆਂ ਘਟਨਾਵਾਂ ਵਾਪਰੀਆਂ, ਉਹਦੇ ਤੋਂ ਬਾਅਦ ਇੰਜ ਲੱਗਦਾ ਸੀਗਾ ਕਿ ਜਿਸ ਤਰ੍ਹਾਂ ਦੇ ਨਾਲ ਆਪਣੇ ਹੀ ਆਗੂਆਂ ਦੇ ਵੱਲੋਂ ਇਸ ਸੰਘਰਸ਼ ਦੇ ਵਿੱਚ ਇੱਕ ਮਾਯੂਸੀ ਦੀ ਲਹਿਰ ਜਿਹੜੀ ਉਹ ਫੈਲਾ ਦਿੱਤੀ ਗਈ। ਪਰ ਉਸ ਮਾਯੂਸੀ ਦੀ ਲਹਿਰ ਨੂੰ ਰਕੇਸ਼ ਟਕੈਤ ਨੇ ਮੈਨੂੰ ਇੰਜ ਲੱਗਦਾ ਕਿ ਆਪਣੇ ਸਿਰ ਲੈ ਕੇ ਉਸਨੇ ਸੰਘਰਸ਼ ਦੇ ਵਿੱਚ ਦੁਬਾਰਾ ਜਿਹੜਾ ਸੀ ਇੱਕ ਜੀਵਨ ਭਰ ਦਿੱਤਾ, ਸੰਘਰਸ਼ ਦੇ ਵਿੱਚ ਰੂਹ ਫੂਕ ਦਿੱਤੀ। ਸੋ ਮੈਨੂੰ ਲੱਗਦਾ ਕਿ ਸੰਘਰਸ਼ ਦੇ ਵਿੱਚ ਇਵੇਂ ਦੇ ਜਿਹੜੇ ਉਤਰਾਅ ਚੜ੍ਹਾਅ ਨੇ ਉਹ ਚੱਲਦੇ ਰਹਿੰਦੇ ਨੇ। ਫਿਲਹਾਲ ਜਿਸ ਮੁਕਾਮ ਦੇ ਉੱਪਰ ਇਹ ਸੰਘਰਸ਼ ਹੈ, ਤੁਸੀਂ ਕਹਿ ਸਕਦੇ ਹੋ ਕਿ ਇਹਦੇ ਵਿੱਚ ਹੁਣ ਜਿਹੜੀ ਰਵਾਨਗੀ ਹੈ ਉਹ ਫਿਰ ਲੋਕਾਂ ਦੀ
ਰਵਾਇਤਾਂ, ਉਹ ਲੋਕਾਂ ਦੇ ਭਾਵਨਾਵਾਂ, ਲੋਕਾਂ ਦੇ ਜਿਹੜੇ ਵਲਵਲੇ ਨੇ ਉਹਨਾਂ ਦੀ ਤਰਜਮਾਨੀ ਨਾਲ ਕੀਤੀ ਜਾਣੀ ਹੈ। ਉਹ ਸੰਘਰਸ਼ 'ਚ ਰਵਾਨਗੀ ਕਿੰਨੀ ਆਉਂਦੀ ਹੈ, ਇਹ ਅਗਲੇ ਸਮੇਂ 'ਚ ਸਰਕਾਰ ਨਾਲ ਹੋਣ ਵਾਲੀਆਂ ਜਿਹੜੀਆਂ ਮੀਟਿੰਗਸ ਨੇ ਉਹ ਤੈਅ ਕਰਨਗੀਆਂ ਕਿ ਉੱਥੇ ਸਾਡੇ ਕਿਸਾਨ ਮੋਰਚੇ ਦੇ ਆਗੂਆਂ ਦੀ ਮਾਨਸਿਕ ਪੱਧਰ ਕਿਹੜੀ ਚੜ੍ਹਦੀ ਕਲਾ 'ਚ ਰਹਿੰਦਾ ਹੈ, ਲੋਕ ਰਾਏ ਨੂੰ ਇਹ ਕਿਵੇਂ ਆਪਣੇ ਨਾਲ ਲੈ ਕੇ ਤੁਰਦੇ ਨੇ, ਤੇ ਸਰਕਾਰ ਦਾ ਵਤੀਰਾ ਕੀ ਰਹਿੰਦਾ। ਜੇ ਆਪਾਂ ਮਿਸਲਾਂ ਦੀ ਗੱਲ ਕਰੀਏ, ਤੁਸੀਂ ਸਿੱਖ ਫਿਲਾਸਫਰ ਹੋ, ਮਿਸਲਾਂ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਆਪਸ ਵਿੱਚ ਹੀ ਵਿਰੋਧੀ ਭਾਵ ਜਿਹੜਾ ਚੱਲਦਾ ਰਿਹਾ ਹੈ। ਇਸੇ ਤਰ੍ਹਾਂ ਜੇ ਇੱਥੇ ਵੀ ਚੱਲਦਾ ਹੈ ਤਾਂ ਥੋੜਾ ਬਹੁਤ ਮਨ ਮਿਟਾਪ ਹੁੰਦਾ ਹੈ ਤੇ ਇਕੱਠੇ ਹੋਣ ਦੀ ਜ਼ਰੂਰਤ ਨਹੀਂ ਹੈ ਵੀ ਆਪਾਂ ਕਿਸੇ ਢੰਗ ਦੇ ਨਾਲ ਇਕੱਠੇ ਹੋ ਕੇ। ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਦਰਅਸਲ ਇੰਝ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਜਿਹੜੇ ਜਥੇਬੰਦੀ ਤੋਂ ਬਾਹਰੇ ਲੋਕ ਸੀ, ਜਿਨ੍ਹਾਂ ਦੇ 'ਚ ਅਸੀਂ ਵੀ ਆਉਂਦੇ ਸੀ, ਕਿ ਜਿਹੜੇ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਲੋਕ ਨਹੀਂ ਸੀ, ਅਸੀਂ ਇਸ ਸੰਘਰਸ਼ ਦੇ ਨਾਲ ਦੋ ਕਾਰਨਾਂ ਕਰਕੇ ਜੁੜੇ ਸੀ। ਇੱਕ ਤਾਂ ਪਹਿਲਾ ਕਾਰਨ ਇਹ ਸੀ ਕਿ ਅਸੀਂ ਵੀ ਕਿਸਾਨੀ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਸੀ, ਸਾਡਾ ਕਿੱਤਾ ਕਿਸਾਨੀ ਸੀ। ਦੂਜਾ ਅਸੀਂ ਮਹਿਸੂਸ ਕਰਦੇ ਸੀ ਕਿ ਇਸ ਵੱਡੇ ਸੰਘਰਸ਼ ਦੇ ਵਿੱਚ ਆਉਣ ਵਾਲਾ ਵਕਤ ਕਿਤੇ ਇਹ ਨਾ ਕਵੇ ਕਿ ਜਿਹੜੀ ਧਿਰ ਜਾਗਰੂਕ ਸੀ ਉਹ ਜਾਂ ਇਤਿਹਾਸ ਜਾਂ ਗੁਰਮਤ ਪਰੰਪਰਾਵਾਂ ਨੂੰ ਜਾਣਨ ਵਾਲੇ ਲੋਕ ਇਸ ਸੰਘਰਸ਼ ਤੋਂ ਬਾਹਰ ਕਿਉਂ ਰਹੇ। ਜਿਹੜੇ ਸਮਝਦੇ ਸੀ ਉਹਨਾਂ ਸਿਰੇ ਇਲਜ਼ਾਮ ਲੱਗ ਸਕਦਾ ਵੀ ਤੁਸੀਂ ਤੇ ਘੱਟੋ ਘੱਟ ਸਮਝਦੇ ਸੀ ਨਾ, ਤੁਸੀਂ ਤਾਂ ਜਾਗਰੂਕ ਸੀ ਨਾ। ਹਾਂ, ਤਾਂ ਉਹਦੇ ਨਾਲ ਇਹ ਗੱਲ ਹੋਈ ਕਿ ਜਦੋਂ ਯੂਥ ਨੇ ਸਾਨੂੰ ਫੋਲੋ ਕੀਤਾ ਤੇ ਇੰਜ ਲੱਗਾ ਕਿ ਜਿਹੜੇ ਜਥੇਬੰਦੀਆਂ ਦੇ ਲੀਡਰ ਸੀ ਉਹਨਾਂ ਦੇ ਮਨ 'ਚ ਇਸ ਭਾਵਨਾ ਨੇ ਜਨਮ ਲੈ ਲਿਆ ਕਿ ਸ਼ਾਇਦ ਸਾਨੂੰ ਓਵਰਲੈਪਿੰਗ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਪਹਿਲੇ ਦਿਨ ਤੋਂ ਕਿਤੇ ਨਾ ਕਿਤੇ ਉਹਨਾਂ ਨੇ ਸਾਡੇ ਪ੍ਰਤੀ ਇੱਕ ਮਾੜੀ ਭਾਵਨਾ, ਤਿੱਖੀ ਸੁਰ, ਵਿਰੋਧੀ ਸੁਰੀ ਬਣਾ ਕੇ ਰੱਖੀ। ਪਰ ਅਸੀਂ ਪਹਿਲਾਂ ਵੀ ਬਰਦਾਸ਼ਤ ਕੀਤਾ ਤੇ ਹੁਣ ਵੀ ਬਰਦਾਸ਼ਤ ਕਰਦੇ ਜਾ ਰਹੇ ਹਾਂ। ਤੁਸੀਂ ਵੇਖਿਆ ਹੀ ਆ ਕਿ ਸੋਸ਼ਲ ਮੀਡੀਆ 'ਚ ਕੀ ਕੁਛ ਆਇਆ, ਕਿੰਨਾ ਕੁਛ ਕਾਰਨ ਕਰਾਉਣ ਦੀਆਂ ਕੋਸ਼ਿਸ਼ਾਂ ਹੋਈਆਂ। ਉਹਦੇ ਬਾਵਜੂਦ ਵੀ ਜਿਹੜੀ ਸਾਡੀ ਭੂਮਿਕਾ ਸੀ, ਵੇਖੋ ਮੈਂ ਇੱਕ ਗੱਲ ਬੜੀ ਸਪਸ਼ਟ ਕਰਨਾ ਚਾਹੁੰਦਾ, ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਇਹ ਸਵਾਲ ਕੀਤਾ ਜਾਂਦਾ ਨਾ ਜੀ, ਇਸ ਕਿਸਾਨੀ ਸੰਘਰਸ਼ ਨੂੰ ਧਰਮ ਦੀ ਰੰਗਤ ਨਾ ਦਿਓ, ਨਾ ਤਾਂ ਕਿਸੇ ਨੇ ਧਰਮ ਦੀ ਰੰਗਤ ਦਿੱਤੀ ਹੈ ਤੇ ਮੋੜਵਾਂ ਜਵਾਬ ਇਹ ਹੈ ਕਿ ਕਿਸਾਨ ਦੇ ਵਿੱਚੋਂ ਧਰਮ ਨੂੰ ਕੱਢਿਆ ਹੀ ਨਹੀਂ ਜਾ ਸਕਦਾ। ਅਸੀਂ ਜਦੋਂ ਜਪਜੀ ਸਾਹਿਬ ਦੇ ਵਿੱਚ ਇਹ ਗੱਲ ਪੜ੍ਹਦੇ ਹਾਂ ਨਾ ਕਿ ਮਨੁੱਖ ਨੇ ਸਚਿਆਰ ਕਿਵੇਂ ਹੋਣਾ ਹੈ, ਤੇ ਉਸ ਸਚਿਆਰ ਦੀ ਜਿਹੜੀ ਪਹਿਲੀ ਗੱਲ ਹੈ ਹੁਕਮ ਤੇ ਰਜਾ ਦੇ ਵਿੱਚ ਰਹਿਣਾ। ਗੁਰੂ ਸਾਹਿਬ ਜੀ ਨੇ ਕਿਸਾਨੀ ਦੀਆਂ ਉਦਾਹਰਨਾਂ ਦੇ ਕੇ ਇਨਸਾਨ ਨੂੰ ਸਮਝਾਇਆ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਚਾਹੇ ਗੱਲ ਕਿਸਾਨੀ ਕਿੱਤੇ ਦੀ ਕੀਤੀ ਹੈ, ਪਰ ਸਾਰੇ ਜਹਾਨ ਨੂੰ ਸਾਂਝੀ ਕੀਤੀ। ਦੂਸਰੀ ਗੱਲ ਇਹ ਹੈ ਕਿ ਜਦੋਂ ਭਾਣਾ ਮੰਨਣ ਦੀ ਗੱਲ ਆਉਂਦੀ ਹੈ ਤੇ ਇੱਕ ਕਿਸਾਨ ਦਾ ਜੀਵਨ ਹੀ ਹੈ ਜਿਹੜਾ ਸਭ ਤੋਂ ਵੱਧ ਭਾਣੇ 'ਚ ਰਹਿੰਦਾ, ਤੇ ਉਹਦੇ 'ਚ ਸਭ ਤੋਂ ਵੱਡੀ ਅਹਿਮੀਅਤ ਇਹ ਹੈ ਇਸ ਸੰਘਰਸ਼ ਦੇ ਵਿੱਚ ਕਿ ਜਿਨ੍ਹਾਂ ਜ਼ਮੀਨਾਂ ਦੇ ਉੱਪਰ ਕਾਬਜ਼ ਹੋਣ ਦੇ ਵਾਸਤੇ ਜਾਂ ਜਿਨ੍ਹਾਂ ਜ਼ਮੀਨਾਂ ਤੋਂ ਸਨਅਤਕਾਰਾਂ ਤੋਂ ਬਚਾਉਣ ਦੇ ਵਾਸਤੇ ਸੰਘਰਸ਼ ਕੀਤਾ ਜਾ ਰਿਹਾ ਹੈ, ਉਹਨਾਂ ਜ਼ਮੀਨਾਂ ਦੇ ਹੱਕ ਦਿਵਾਉਣ ਵਾਲਾ ਜਾਗਦੀ ਜ਼ਮੀਰ ਦਾ ਵਾਰਿਸ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦਾ ਪਾਤਰ ਹੀ ਹੈ। ਇਸ ਗੱਲ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਕਿਤੇ ਵੀ ਲੈਫਟਿਸਟ ਵਰਡ ਜਾਂ ਜਿਹੜੀਆਂ ਖੱਬੇ ਪੱਖੀ ਜਥੇਬੰਦੀਆਂ ਨੇ ਉਹ ਇਸ ਚਰਚਾ ਦੇ ਨਾਲ ਕਦੀ ਵੀ ਸਾਡੇ ਨਾਲ ਇਸ ਗੱਲ ਦੇ ਉੱਪਰ ਡਿਬੇਟ ਕਰ ਸਕਦੀਆਂ ਨੇ ਕਿ ਕਿਸਾਨ ਦੇ ਜੀਵਨ ਦੇ ਵਿੱਚੋਂ ਧਰਮ ਨੂੰ ਮਨਫੀ ਕਰਕੇ ਵੇਖਿਆ ਨਹੀਂ ਜਾ ਸਕਦਾ। ਹੁਣ ਸਮੱਸਿਆ ਇੱਥੇ ਇਹ ਸੀ ਸਾਡੇ ਨਾਲ ਜਾਂ SFS ਵਾਲੇ ਬੱਚਿਆਂ ਦੇ ਨਾਲ ਜਾਂ ਦੀਪ ਦੇ ਨਾਲ ਜਾਂ ਲੱਖੇ ਦੇ ਨਾਲ, ਮੈਨੂੰ ਲੱਗਦਾ ਕਿ ਮੇਜਰ ਜਿਹੜੀ ਉਹਨਾਂ ਦੀ ਵੱਡੀ ਸਮੱਸਿਆ ਇਹ ਸੀ ਕਿ ਅਸੀਂ ਲੋਕਾਂ ਨੂੰ, ਅਸੀਂ ਸਟੇਜ ਦੇ ਉੱਪਰ ਨਹੀਂ ਸੀ ਜਾਂਦੇ, ਅਸੀਂ ਥਾਂ ਥਾਂ ਤੇ ਜਾ ਕੇ ਲੋਕਾਂ ਨੂੰ 3-4 ਗੱਲਾਂ ਤੋਂ ਜਾਗਰੂਕ ਕਰਦੇ ਸੀ। ਇੱਕ ਤਾਂ ਅਸੀਂ ਦੱਸਦੇ ਸੀ ਕਿ ਇਹਨਾਂ ਕਾਨੂੰਨਾਂ ਦੇ ਆਉਣ ਵਾਲੇ ਭਵਿੱਖ ਦੇ ਵਿੱਚ ਨੁਕਸਾਨ ਕੀ ਹੈ। ਦੂਸਰੀ ਗੱਲ, ਸਾਡੀ ਆਗੂ ਪ੍ਰਣਾਲੀ ਕਿਵੇਂ ਦਾ ਰੁਖ ਅਖਤਿਆਰ ਕਰ ਰਹੀ ਹੈ ਤੇ ਕਿਵੇਂ ਦਾ ਕਰਨਾ ਚਾਹੀਦਾ। ਜਾਂ ਫਿਰ ਅਸੀਂ, ਸਭ ਤੋਂ ਵੱਡੀ ਗੱਲ ਸੀ ਕਿ ਜਦੋਂ ਲਾਸਟ ਤੋਂ ਪਹਿਲਾਂ 1-2 ਮੀਟਿੰਗਸ ਹੋਈਆਂ ਜਿਨ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਵੀ ਆਈ ਹੋਵੇਗੀ ਕਿ ਸਾਡੀਆਂ ਜਥੇਬੰਦੀਆਂ ਦੇ ਬਹੁਤ ਸਾਰੇ ਜਿਹੜੇ ਆਗੂ ਨੇ ਉਹ ਅਮੈਂਡਮੈਂਟਸ ਦੇ ਉੱਪਰ ਜਾਂ ਸਸਪੈਂਸ਼ਨ ਦੇ ਉੱਪਰ ਜਿਹੜੇ ਮੰਨਣ ਨੂੰ ਤਿਆਰ ਹੋ ਗਏ ਸੀ। 14-15 ਆਗੂਆਂ ਦੀ ਗੱਲ ਆਈ ਸੀ। ਸੋ ਅਸੀਂ ਲੋਕਾਂ ਦੇ ਵਿੱਚ ਉਹ ਗੱਲ ਵੀ ਲੈ ਕੇ ਗਏ ਕਿ ਜਿਹੜੇ ਆਗੂ ਸੀ ਇਹਨਾਂ ਮੰਚ ਦੇ ਉੱਪਰੋਂ ਤਾਂ ਇਹ ਗੱਲ ਕੀਤੀ ਕਿ ਅਸੀਂ ਕਾਨੂੰਨ ਰੱਦ ਕਰਾਉਣ ਤੋਂ ਬਿਨਾਂ ਵਾਪਸ ਨਹੀਂ ਮੁੜਾਂਗੇ, ਤੇ ਹੁਣ ਇਹ ਅਮੈਂਡਮੈਂਟਸ ਦੇ ਉੱਪਰ ਜਾਂ ਫਿਰ ਇਹ ਸਸਪੈਂਸ਼ਨ ਦੇ ਉੱਪਰ ਆਉਂਦੇ ਨਜ਼ਰ ਆ ਰਹੇ ਨੇ। ਔਰ ਇਹ ਗੱਲਾਂ ਸਾਨੂੰ ਕਿਸੇ ਨੇ ਬਾਹਰੋਂ ਨਹੀਂ ਦੱਸੀਆਂ, ਸਾਨੂੰ ਆਗੂਆਂ ਦੇ ਵਿੱਚੋਂ ਹੀ ਇਹ ਜਾਣਕਾਰੀ ਮਿਲੀ ਤੇ ਅਸੀਂ ਲੋਕਾਂ ਨੂੰ ਇਸ ਗੱਲ ਤੋਂ ਵੀ ਸੁਚੇਤ ਕੀਤਾ। ਸੋ ਮੈਂ ਸੋਚਦਾ ਕਿ ਕਿਸੇ ਤਰ੍ਹਾਂ ਦੇ ਨਾਲ ਵੀ ਸਾਡਾ ਇਸ ਸੰਘਰਸ਼ ਦੇ ਨਾਲ ਕੋਈ ਵਿਰੋਧਾ ਭਾਵ ਨਹੀਂ ਹੈ ਜਾਂ ਕੋਈ ਮਨਮੁਟਾਵ ਨਹੀਂ ਹੈ। ਗੱਲ ਇੰਨੀ ਹੈ, ਸਿਰਫ ਇਹ ਕਹਿੰਦੇ ਕਿ ਜੋ ਸਟੇਜ ਤੋਂ ਕਿਹਾ ਗਿਆ, ਜੋ ਤੁਸੀਂ ਅਨਾਉਂਸ ਕਰਦੇ ਹੋ, ਉਹਨਾਂ ਬੋਲਾਂ ਦੇ ਉੱਪਰ ਖਰੇ ਉਤਰੋ, ਉਹਨਾਂ ਉੱਪਰ ਪੂਰੇ ਉਤਰੋ। ਤੇ ਹੁਣ ਵੀ ਬੇਸ਼ੱਕ ਅਸੀਂ, ਜਿਹੜੀ ਸਾਡੀ ਧਿਰ ਹੈ ਉਹ ਮੋਰਚੇ ਦੀ ਸਟੇਜ ਤੋਂ, ਮੰਚ ਤੋਂ ਬਿਲਕੁਲ ਦੂਰ ਹੈ, ਪਰ ਉਹਦੇ ਬਾਵਜੂਦ ਵੀ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਲੋਕ ਇਸ ਸੰਘਰਸ਼ ਦੇ ਵਿੱਚ ਪਹੁੰਚਣ, ਤਾਂ ਜੋ ਕਿਸੇ ਵੀ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਆਗੂ ਮਾੜੇ ਨੇ, ਪਰ ਬਹੁਤ ਸਾਰੇ ਜਿਹੜੇ ਆਗੂ ਸਰਕਾਰ ਦੇ ਨਾਲ ਸਮਝੌਤਾਵਾਦੀ ਰੁਖ ਅਪਣਾਉਂਦੇ ਨੇ, ਉਹਨਾਂ ਨੂੰ ਹੁਣ ਇਸ ਗੱਲ ਦੇ ਉੱਪਰੋਂ ਫਿਰਨ ਨਾ ਦਿੱਤਾ ਜਾਵੇ ਕਿ ਜਾਂ ਤਾਂ ਅਸੀਂ ਰੱਦ ਕਰਾ ਕੇ ਮੁੜਾਂਗੇ, ਨਹੀਂ ਤੇ ਇੱਥੇ ਬੈਠਾਂਗੇ। ਜੀ ਆਪਾਂ 4-5 ਮਹੀਨੇ ਪਿੱਛੇ ਚਲੇ ਜਾਂਦੇ ਹਾਂ। ਪੰਜਾਬ ਦੀ ਧਰਤੀ ਤੇ ਪ੍ਰੋਟੈਸਟ ਹੁੰਦਾ ਹੈ, ਤੁਸੀਂ ਬਟਾਲੇ ਦੀ ਧਰਤੀ ਤੇ, ਕਦੇ ਲੁਧਿਆਣੇ, ਆਪਾਂ ਇਹ ਕਹਿ ਲਈਏ ਵੀ ਪੰਜਾਬ ਦੇ ਚੱਪੇ-ਚੱਪੇ ਤੇ ਤੁਸੀਂ ਪਹੁੰਚਦੇ ਹੋ। ਉਦੋਂ ਵੀ ਤੁਹਾਡੀ ਕਿਸਾਨ ਜਥੇਬੰਦੀਆਂ ਦੇ ਨਾਲ ਕੋਈ ਮੀਟਿੰਗ ਜਾਂ ਕਿਸਾਨ ਜਥੇਬੰਦੀਆਂ ਦੇ ਨਾਲ ਰਾਬਤਾ ਤੁਸੀਂ ਬਣਾਇਆ ਹੋਵੇ, ਉਹਦੇ ਬਾਰੇ?
ਜਿੰਨੀਆਂ ਵੀ ਮੰਚ ਬਟਾਲੇ ਤੋਂ ਲੈ ਕੇ ਚਾਹੇ ਜਗਰਾਓਂ ਦੇ ਸੀ, ਚਾਹੇ ਫਗਵਾੜੇ ਦੇ ਸੀ, ਚਾਹੇ ਪਟਿਆਲੇ ਦੇ ਸੀ, ਸਾਰੀਆਂ ਜਿਹੜੀਆਂ ਸਥਾਨਕ ਜਥੇਬੰਦੀਆਂ ਉਸ ਇਲਾਕੇ 'ਚ ਕਿਸਾਨ ਜਥੇਬੰਦੀਆਂ ਸਰਗਰਮ ਹੁੰਦੀਆਂ ਸੀ, ਉਹਨਾਂ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਹੀ ਮੰਚ ਦੇ ਉੱਪਰ ਬੋਲਦੇ ਰਹੇ ਨੇ। ਜੇ ਇਹਨਾਂ ਨੂੰ ਕੋਈ ਐਵੇਂ ਦੀ ਗੱਲ ਸੀ ਉਦੋਂ ਹੀ ਕਹਿ ਦੇਣਾ ਚਾਹੀਦਾ ਸੀ ਕਿ ਸਿੱਖ ਵਿਚਾਰਧਾਰਾ ਹੀ ਸਾਡੇ ਸੰਘਰਸ਼ 'ਚੋਂ ਬਾਹਰ ਰਵੇ। ਸੋ ਉਹ ਹੁਣ ਇਹਨਾਂ ਨੂੰ ਦਰਅਸਲ ਜਦੋਂ ਇਹਨਾਂ ਦੀਆਂ ਆਪਣੀਆਂ ਘਾਟਾਂ ਰੜਕੜੀਆਂ ਸ਼ੁਰੂ ਹੋਈਆਂ, ਲੋਕਾਂ ਦੇ ਵਿੱਚ ਇੱਕ ਵਿਰੋਧਾ ਭਾਵ ਨੇ ਜਨਮ ਲਿਆ, ਤੇ ਇਹਨਾਂ ਨੂੰ ਇੰਜ ਲੱਗਾ ਕਿ ਸ਼ਾਇਦ ਜਿਹੜੇ ਜਥੇਬੰਦੀ ਤੋਂ ਬਾਹਰੇ ਲੋਕ ਨੇ ਸ਼ਾਇਦ ਉਹ ਲੋਕਾਂ ਦੇ ਵਿੱਚ, ਇਸੇ ਕਰਕੇ ਤੁਹਾਨੂੰ ਵੇਖਿਆ ਹੋਣਾ ਕਿ ਇੱਕ ਜੀਪ ਦੇ ਉੱਪਰ ਰੋਜ਼ ਸਪੀਕਰ ਲਾ ਕੇ ਬੋਲਿਆ ਜਾਂਦਾ ਸੀ ਜੀ ਕੁਝ ਲੋਕ ਜਿਹੜੇ ਨੇ ਉਹ ਲੋਕਾਂ ਨੂੰ ਭੜਕਾ ਰਹੇ ਨੇ। ਉਹ ਭੜਕਾ ਨਹੀਂ ਸੀ ਰਹੇ, ਲੋਕਾਂ ਨੂੰ ਜਾਗਰੂਕ ਕਰ ਰਹੇ ਸੀ ਕਿ ਦਰਅਸਲ ਇਹਦੇ ਜਿਹੜੇ ਕਾਨੂੰਨ ਨੇ ਇਹਨਾਂ ਦੇ ਨੁਕਸਾਨ ਇਹ ਨੇ ਤੇ ਆਗੂਆਂ ਨੂੰ ਸਰਕਾਰ ਦੇ ਨਾਲ ਕਿਵੇਂ ਦਾ ਰੁਖ ਅਪਣਾਉਣਾ ਚਾਹੀਦਾ ਹੈ। ਪੰਜਾਬ ਦੇ ਵਿੱਚ ਵਿਚਰਦਿਆਂ ਹੋਇਆਂ ਤੁਸੀਂ ਪਹਿਲਾਂ ਕਿਸੇ ਆਮ ਇਨਸਾਨ ਤੋਂ ਜਾਂ ਖੇਤੀ ਨਾਲ ਸੰਬੰਧਿਤ ਕਿਸੇ ਇਨਸਾਨ ਤੋਂ ਜਥੇਬੰਦੀਆਂ ਬਾਰੇ, ਕਿਸਾਨੀ ਜਥੇਬੰਦੀਆਂ ਬਾਰੇ ਕੋਈ ਇਦਾਂ ਦੀ ਗੱਲ ਸੁਣੀ ਸੀ ਵੀ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲਹਿਰ ਨੂੰ ਹੇਠਾਂ ਲੈ ਕੇ ਜਾਣਗੇ ਜਾਂ ਮੰਚ ਦੇ ਉੱਪਰ ਗਲਤ ਗੱਲਾਂ ਕਰ ਸਕਦੇ ਨੇ? ਕਿਉਂਕਿ ਇੰਜ ਵੀ ਫੀਲਡ ਵਿੱਚ ਚੱਲਣੀਆਂ ਗੱਲਾਂ ਸ਼ੁਰੂ ਹੋ ਗਈਆਂ ਨੇ ਵੀ ਬਹੁਤ ਸਾਰੇ ਜਿਹੜੇ ਨੇ ਉਹ ਇਦਾਂ ਦੇ ਨੇ ਜਿਹੜੇ ਪਹਿਲੇ ਵਿਕੇ ਹੋਇਆਂ ਦੇ ਪੁੱਤਰ ਨੇ ਜਾਂ ਵਿਕੇ ਹੋਏ ਦੀਆਂ ਜਥੇਬੰਦੀਆਂ ਦੇ ਵਿੱਚੋਂ ਨਿਕਲ ਕੇ ਆਏ ਨੇ, ਵੀ ਹੋ ਸਕਦਾ ਹੈ ਉਹ ਕਿਤੇ ਵਿਕ ਨਾ ਜਾਣ। ਮੈਂ ਕਿਸੇ ਤੋਂ ਕੀ ਸੁਣਨਾ ਸੀ, ਮੇਰੇ ਆਪਣੇ ਪਰਿਵਾਰ 'ਚ ਇਹ ਕੁਝ ਵਾਪਰਿਆ ਕਿ ਜਿਸ ਵੇਲੇ 1983-84 ਦੇ ਵਿੱਚ ਭੁਪਿੰਦਰ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸੰਘਰਸ਼ ਸ਼ੁਰੂ ਹੋਇਆ ਕਿਸਾਨੀ ਦਾ, ਉਹਨਾਂ ਦੀ ਸਾਡੇ ਨਾਲ ਰਿਸ਼ਤੇਦਾਰੀ ਵੀ ਆ, ਤੇ ਸਾਡੇ ਬਹੁਤ ਸਾਰੇ ਮੇਰੇ ਕਜ਼ਨ, ਮੇਰੇ ਵੱਡੇ ਬ੍ਰਦਰ ਜਿਹੜੇ ਸੀਗੇ ਉਹ ਸਾਰਿਆਂ ਨੇ 3-3 4-4 ਮਹੀਨੇ ਜੇਲ੍ਹਾਂ ਕੱਟੀਆਂ। ਤੇ ਜਦੋਂ ਬਾਅਦ ਦੇ ਵਿੱਚ ਭੁਪਿੰਦਰ ਸਿੰਘ ਮਾਨ ਰਾਜ ਸਭਾ ਦੀ ਮੈਂਬਰੀ ਦੇ ਲਾਲਚ ਦੇ ਵਿੱਚ ਸਾਰੇ ਸੰਘਰਸ਼ ਨੂੰ ਤਲਾਂਜਲੀ ਦੇ ਕੇ, ਤਾਂ ਉਸ ਵੇਲੇ ਵੀ ਸਾਡੇ ਪਰਿਵਾਰ 'ਚ ਇਹ ਗੱਲ ਚੱਲਦੀ ਸੀ ਵੀ ਕਿਸਾਨ ਜਥੇਬੰਦੀਆਂ ਕਦੀ ਵੀ ਆਪਣੀ ਗੱਲ ਦੇ ਉੱਪਰ ਪੂਰਾ ਨਹੀਂ ਉਤਰਦੀਆਂ। ਪਰ ਇਹਦੇ ਬਾਵਜੂਦ ਵੀ ਅਸੀਂ ਸੋਚਦੇ ਸੀ ਕਿ ਨਹੀਂ, ਹੁਣ ਗੱਲ ਹੋਂਦਦੀ ਹੈ, ਫਿਰ ਕੀ ਹੋਇਆ, ਜਥੇਬੰਦੀਆਂ ਭੱਜ ਜਾਂਦੀਆਂ, ਭੱਜਣ ਆਗੂ ਭੱਜ ਜਾਂਦੇ ਨੇ, ਭੱਜਣ। ਪਰ ਇੱਕ ਗੱਲ ਤਾਂ ਯਾਦ ਰਵੇਗੀ ਨਾ ਕਿ ਅਸੀਂ ਇਸ ਸੰਘਰਸ਼ ਤੋਂ ਮੁਨਕਰ ਨਹੀਂ ਹੋਏ, ਅਸੀਂ ਇਸ ਤੋਂ ਭੱਜੇ ਨੇ ਜੀ। ਹੁਣ ਜਿਹੜਾ ਹੈਗਾ, ਹੁਣ ਆਪਾਂ ਨੂੰ ਕਿਵੇਂ ਇਕੱਠਾ ਹੋਣਾ ਚਾਹੀਦਾ? ਤੁਹਾਡੇ ਮਨ ਦੇ ਵਿੱਚ ਬਲਬਲੇ ਕੀ ਨੇ? ਜਿਹੜੀ ਤੁਹਾਡੇ ਮਨ 'ਚ ਗੱਲ ਚੱਲਦੀ ਹੋਵੇ ਸਾਡੇ ਮਾਧਿਅਮ ਰਾਹੀਂ ਜ਼ਰੂਰ ਦੱਸੋ ਵੀ ਕਿਵੇਂ ਇਕੱਠੇ ਹੋ ਸਕਦੇ ਹਾਂ। ਜੇ ਤੁਹਾਨੂੰ ਸੰਯੁਕਤ ਮੋਰਚੇ ਵਾਲੇ ਸੱਦਾ ਦੇਣ ਵੀ ਆਓ ਤੁਸੀਂ ਇੱਥੇ ਬੋਲੋ, ਕਿਉਂਕਿ ਲੰਮਾ ਸਮਾਂ ਹੋ ਗਿਆ ਤੁਸੀਂ ਉੱਥੇ ਆਪਣੀ ਹਾਜ਼ਰੀ ਵੀ ਨਹੀਂ ਲਵਾਈ, ਤੁਸੀਂ ਫੀਲਡ ਦੇ ਵਿੱਚ ਵਿਚਰਦੇ ਹੋ, ਤੇ ਜਿਵੇਂ ਹੈਗਾ ਵੀ ਤੁਹਾਨੂੰ ਹੁਣ ਸੱਦਾ ਦੇਣ ਤੇ ਕਿਵੇਂ ਸੋਚਦੇ ਹੋ? ਵੇਖੋ, ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜੀ 25 ਤਰੀਕ ਦੀ ਰਾਤ ਦੀਆਂ ਘਟਨਾਵਾਂ ਨੇ, ਜਿਹੜੀਆਂ ਮੈਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਵੀ ਲਿਖ ਕੇ ਜ਼ਾਹਰ ਕਰ ਦਿੱਤੀਆਂ ਨੇ, ਉਹਦੇ ਵਿੱਚ ਜੋ ਕੁਝ ਮੈਂ ਲਿਖਿਆ ਹੂ ਬਹੂ ਉਸੇ ਤਰ੍ਹਾਂ ਹੀ ਵਾਪਰਿਆ ਕਿ ਮੰਚ ਦੇ ਉੱਪਰ ਨੌਜਵਾਨਾਂ ਨੇ ਕਬਜ਼ਾ ਕੀਤਾ ਤੇ ਅਸੀਂ ਉਹਨਾਂ ਨੌਜਵਾਨਾਂ ਨੂੰ ਸ਼ਾਂਤ ਕਰਨ ਵਾਸਤੇ ਗਏ। ਉਸ ਤੋਂ ਬਾਅਦ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ, ਇਹਨਾਂ ਨੇ ਦਵਿੰਦਰ ਸਿੰਘ ਸੇਖੋਂ ਹੋਣਾ ਦੇ ਰਾਹੀਂ, ਮਨਧੀਰ ਸਿੰਘ ਤੇ ਅਜੇਪਾਲ ਬਰਾੜ ਹੋਣਾ ਦੇ ਰਾਹੀਂ ਸਾਨੂੰ ਪਹਿਲਾਂ ਹੋਟਲ ਵਾਈਟ ਹਾਊਸ ਸੱਦਿਆ। ਉੱਥੇ ਵੀਰ ਸਿੰਘ ਸੀ, ਦੀਪ ਸਿੱਧੂ ਸੀ, ਮੈਂ ਸੀ, ਲੱਖਾ ਸਦਾਣਾ। ਜਦੋਂ ਇਹ ਰੱਬ ਤੁਸੀਂ ਵਾਰਤਾ ਸਾਰੀ ਜਿਹੜੀ ਹੂ ਲਿਖੀ ਵੀ ਹੈ? ਹਾਂ ਬਿਲਕੁਲ, ਮੈਂ ਵਾਰਤਾ ਲਿਖੀ ਆ। ਉਸ ਤੋਂ ਬਾਅਦ ਇਹਨਾਂ ਨੇ ਕਹਿ ਦਿੱਤਾ KFC ਜਾਣਾ, ਅਸੀਂ KFC ਚਲੇ ਗਏ। KFC ਤੋਂ ਬਾਅਦ ਕਿਹਾ ਕਿ ਬਲਦੇਵ ਸਿਰਸਾ ਤੁਹਾਨੂੰ ਇੱਕ ਟਰਾਲੀ ਦੇ ਕੋਲ ਆ ਕੇ ਮਿਲੇਗਾ। ਅਸੀਂ ਕੁਛ ਚਿਰ ਇੰਤਜ਼ਾਰ ਕੀਤਾ, ਬਲਦੇਵ ਸਿਰਸਾ ਫਿਰ ਉਸ ਟਰਾਲੀ ਦੇ ਕੋਲ ਆ ਕੇ ਮਿਲਿਆ। ਉਸ ਤੋਂ ਬਾਅਦ ਸਾਨੂੰ ਫਿਰ ਕਿਹਾ ਗਿਆ ਕਿ ਨਹੀਂ, 1.5 ਘੰਟੇ ਬਾਅਦ ਲੀਡਰ ਜਿਹੜੀਆਂ ਜਥੇਬੰਦੀਆਂ ਫੈਸਲਾ ਦੇਣਗੀਆਂ ਕਿ ਅਸੀਂ ਨੌਜਵਾਨਾਂ ਨਾਲ ਕੋਈ ਗੱਲ ਕਰਨੀ ਜਾਂ ਨਹੀਂ ਕਰਨੀ। ਅਸੀਂ ਫਿਰ ਇੰਤਜ਼ਾਰ ਕਰਦੇ ਰਹੇ। ਉਹਦੇ ਤੋਂ ਬਾਅਦ ਫਿਰ ਦਵਿੰਦਰ ਸਿੰਘ ਸੇਖੋਂ ਦਾ ਮੈਨੂੰ ਫੋਨ ਆ ਗਿਆ ਕਿ ਤੁਸੀਂ ਵਾਈਟ ਹਾਊਸ ਜਿਹੜਾ ਹੋਟਲ ਹੈ ਉੱਥੇ ਪਹੁੰਚੋ। ਅਸੀਂ ਵਾਈਟ ਹਾਊਸ ਗਏ, ਮੈਂ ਸੀ, ਦੀਪ ਸਿੱਧੂ ਸੀ, ਵੀਰ ਸਿੰਘ ਸੀ। ਅਜੇ ਪਹੁੰਚਿਆ ਨੂੰ 5 ਮਿੰਟ ਹੋਏ ਆ ਤੇ ਦਵਿੰਦਰ ਸੇਖੋਂ ਦਾ ਫਿਰ ਫੋਨ ਆ ਜਾਂਦਾ ਕਿ ਤੁਸੀਂ ਜਲਦੀ ਵਾਪਸ ਆ ਜਾਓ, ਕੁਛ ਲੋਕ ਜਿਹੜੇ ਨੇ ਉਹ ਗੜਬੜ ਕਰ ਸਕਦੇ ਨੇ, ਤੁਹਾਡਾ ਨੁਕਸਾਨ ਹੋ ਸਕਦਾ ਹੈ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਥੇਬੰਦੀਆਂ ਨੂੰ ਇਹ ਗੱਲ ਸਪਸ਼ਟ ਕਰਨੀ ਚਾਹੀਦੀ ਹੈ। ਕੱਲ੍ਹ ਜਦੋਂ ਮੈਂ ਇਹ ਗੱਲ ਲਿਖੀ ਤਾਂ ਦਵਿੰਦਰ ਸੇਖੋਂ ਨੇ ਕਮੈਂਟ ਦੇ ਵਿੱਚ ਬਕਾਇਦਾ ਇਸ ਗੱਲ ਨੂੰ ਮੈਂਸ਼ਨ ਕਰਕੇ ਲਿਖਿਆ ਕਿ ਵਾਕਿਆ ਹੀ ਇਹ ਸਭ ਕੁਝ ਹੋਇਆ ਔਰ ਮੈਨੂੰ ਬਲਦੇਵ ਸਿਰਸੇ ਨੇ ਫੋਨ ਕੀਤਾ ਸੀਗਾ ਕਿ ਸੱਚਮੁੱਚ ਹੀ ਉੱਥੇ ਗੜਬੜ ਹੋ ਸਕਦੀ ਹੈ ਤੇ ਹੁਣ ਅਸੀਂ ਨਹੀਂ ਮਿਲਣਾ ਚਾਹੁੰਦੇ। ਪਰ ਜਦੋਂ ਕੱਲ੍ਹ ਕਮੈਂਟਾਂ ਦੇ ਵਿੱਚ ਹੀ ਇਹਨਾਂ ਜਥੇਬੰਦੀਆਂ ਦੇ ਜਿਹੜੇ IT ਵਿੰਗ ਦੇ ਇੰਚਾਰਜ ਨੇ, ਮੇਰੇ ਖਿਆਲ ਮਿਸਟਰ ਸੰਧੂ ਸਾਹਿਬ ਨੇ, ਉਹਨਾਂ ਨੇ ਕਮੈਂਟਾਂ ਦੇ ਵਿੱਚ ਕਿਹਾ ਕਿ ਅਸੀਂ ਤੇ ਤੁਹਾਨੂੰ ਗੱਲਬਾਤ ਕਰਨ ਲਈ 2 ਘੰਟੇ ਉਡੀਕਦੇ ਰਹੇ ਹਾਂ। ਇਹ ਹੁਣ ਇਹ ਦੋ ਧਿਰਾਂ ਨੇ ਸਪਸ਼ਟ ਕਰਨਾ ਹੈ, ਬਲਦੇਵ ਸਿੰਘ ਸਿਰਸਾ ਨੇ ਤੇ ਜਾਂ ਦਵਿੰਦਰ ਸਿੰਘ ਸੇਖੋਂ ਹੋਣਾ ਨੇ, ਕਿ ਸੱਚਮੁੱਚ ਸਾਡੀ ਉਡੀਕ ਹੋ ਰਹੀ ਸੀ ਜਾਂ ਸਾਨੂੰ ਕਿਸੇ ਜਾਲ 'ਚ ਫਸਾਇਆ ਜਾ ਰਿਹਾ ਸੀ। ਇਹ ਤੇ ਹੁਣ ਇਹਨਾਂ ਨੇ ਕਲੀਅਰ ਕਰਨਾ। ਉਹਨਾਂ ਨੇ ਫਿਰ ਗੱਲ ਕਹੀ ਜੀ ਤੁਹਾਨੂੰ ਡਾਲੇਵਾਲ ਸਾਹਿਬ ਮਿਲਣਾ ਚਾਹੁੰਦੇ ਨੇ, ਤੁਸੀਂ ਬਾਬਾ ਹਰਦੀਪ ਸਿੰਘ ਮਹਾਰਾਜ ਜਾਂ ਮਨਤੀਰ ਸਿੰਘ ਉਹਨਾਂ ਨੂੰ ਆ ਕੇ ਮਿਲੋ। ਮੈਂ ਕੱਲ੍ਹ ਵੀ ਕਹਿ ਦਿੱਤਾ ਸੀ ਕਿ ਮੇਰੇ ਕੋਲ ਜਿੰਨੀਆਂ ਗੱਲਾਂ ਹੋਈਆਂ ਉਹਨਾਂ ਸਾਰਿਆਂ ਦੇ ਸਬੂਤ ਨੇ ਬਕਾਇਦਾ। ਮੈਂ ਤਾਂ ਇਕੱਲਾ ਵੀ ਆਉਣ ਨੂੰ ਤਿਆਰ ਹਾਂ, ਮੈਨੂੰ ਕਿਵੇਂ ਦੀ ਗੱਲ ਨਹੀਂ। ਸਟੇਜ 'ਤੇ ਬੋਲਣਾ ਨਾ ਤਾਂ ਮੇਰਾ ਕੋਈ ਬਹੁਤ ਜ਼ਿਆਦਾ ਹੈਗਾ ਕਿ ਮੈਨੂੰ ਇਹਦੇ ਨਾਲ ਕੋਈ ਘਾਟਾ ਪੈ ਰਿਹਾ ਜਾਂ ਮੇਰਾ ਕੋਈ ਐਵੇਂ ਦੀ ਗੱਲ ਹੈ ਕਿ ਮੈਂ ਸਟੇਜ 'ਤੇ ਬੋਲਿਆ ਨਹੀਂ, ਮੈਂ ਲੋਕਾਂ ਨੂੰ ਮੁਖਾਤਬ ਹੋਣਾ ਚਾਹੁੰਦਾ, ਐਵੇਂ ਦੀ ਤਾਂ ਕੋਈ ਗੱਲ ਹੀ ਨਹੀਂ ਸੀ। ਇਹ ਸਟੇਜ ਤਾਂ ਮੇਰੇ ਵਾਸਤੇ ਬਹੁਤ ਛੋਟੀ ਆ। ਮੈਂ ਤਾਂ ਦੁਨੀਆ ਦੀਆਂ ਬਹੁਤ ਵੱਡੀਆਂ ਸਟੇਜਾਂ 'ਤੇ ਲੈਕਚਰ ਕਰ ਚੁੱਕਾ। ਸੋ ਇਸ ਕਰਕੇ ਇਸ ਸਟੇਜ ਦੀ ਮੈਨੂੰ ਲੋੜ ਨਹੀਂ ਸੀ। ਮੈਨੂੰ ਸਿਰਫ ਇਹ ਸੀਗਾ ਕਿ ਜੇ ਪੰਜਾਬ ਦੀ ਨੌਜਵਾਨੀ
ਮੈਨੂੰ ਸੁਣਨਾ ਚਾਹੁੰਦੀ ਹੈ ਕਿ ਇਹਨਾਂ ਕਾਨੂੰਨਾਂ ਦੇ ਨੁਕਸਾਨ ਕੀ ਹੈ। ਸ਼ਾਇਦ ਤੁਸੀਂ ਮੇਰੀ YouTube ਤੇ ਜਾ ਕੇ ਵੇਖੋਗੇ ਤੇ ਜਦੋਂ ਅਜੇ ਤੱਕ ਕਿਸੇ ਨੇ ਵੀ ਇਹਨਾਂ ਬਿੱਲਾਂ ਦੇ ਬਾਰੇ ਨਹੀਂ ਸੀ ਬੋਲਿਆ, ਮੈਂ ਤਿੰਨਾਂ ਹੀ ਬਿੱਲਾਂ ਦੇ ਉੱਪਰ ਚੀਰ ਫਾੜ ਕਰਕੇ ਇਹਨਾਂ ਦੀਆਂ ਵੀਡੀਓ ਅਪਲੋਡ ਕਰ ਦਿੱਤੀਆਂ ਸੀ, ਔਰ ਤੁਸੀਂ ਵੇਖ ਸਕਦੇ ਹੋ ਕਿ ਉਹਦੇ ਕਿੰਨੇ ਵਿਊਜ਼ ਹੋਏ ਪਏ ਨੇ। ਕਿ ਜਦੋਂ ਅਜੇ ਕਿਸੇ ਵੀ ਕਿਸਾਨ ਜਥੇਬੰਦੀ ਨੇ ਇਵੇਂ ਦਾ ਪ੍ਰੋਗਰਾਮ ਨਹੀਂ ਸੀ ਕੀਤਾ, ਮੈਂ ਉਦੋਂ ਇਹਨਾਂ ਦੇ ਬਾਰੇ ਸਾਰਾ ਜਿਹੜਾ ਸੀ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਸੀ। ਸੋ ਮੈਨੂੰ ਲੱਗਦਾ ਹੈ ਕਿ ਜੇ ਸੰਯੁਕਤ ਮੋਰਚੇ ਨੇ ਗੱਲ ਕਰਨੀ ਹੈ ਤੇ ਮੇਰੇ ਇਕੱਲੇ ਨਾਲ ਨਹੀਂ, ਜਿੰਨੀਆਂ ਵੀ ਧਿਰਾਂ ਨੂੰ ਇਹਨਾਂ ਨੇ ਬਾਹਰ ਕੀਤਾ ਸਾਰਿਆਂ ਨਾਲ ਕਰਨੀ ਚਾਹੀਦੀ, ਮੇਰੇ ਇਕੱਲੇ ਨਾਲ ਨਹੀਂ। ਜਾਣੀ ਕਿ ਤੁਸੀਂ ਇਹ ਕਹਿੰਦੇ ਹੋ ਵੀ ਜੇ ਤੁਹਾਨੂੰ ਇਕੱਲੇ ਨੂੰ ਬੁਲਾਇਆ ਜਾਵੇਗਾ ਜਾਂ ਸਟੇਜ ਦੇ ਉੱਪਰ ਤੁਸੀਂ ਇਕੱਲੇ ਵੀ ਜਾਂਦੇ ਰਹੇ ਹੋ, ਜਦ ਇਹਨਾਂ ਨੇ ਸਾਰਿਆਂ ਨੂੰ ਕਹਿ ਦਿੱਤਾ ਸੀ ਹੋਰ ਕੋਈ ਨਹੀਂ ਆ ਸਕਦਾ, ਉਦੋਂ ਤੁਸੀਂ ਇਕੱਲੇ ਵੀ ਜਾਂਦੇ ਰਹੇ ਹੋ, ਤੇ ਹੁਣ ਜੇ ਤੁਹਾਨੂੰ ਇਕੱਲੇ ਨੂੰ ਬੁਲਾਉਣਗੇ, ਹੁਣ ਤੁਸੀਂ ਬਾਕੀ ਜਿਹੜੀਆਂ ਧਿਰਾਂ ਨੇ ਉਹਨਾਂ ਦੀ ਵੀ ਆਮਦ ਨਾਲ ਮੰਨਦੇ ਹੋ ਵੀ ਉਹ ਵੀ ਨਾਲ ਆਉਣ ਫਿਰ ਮੈਂ ਆਵਾਂਗਾ? ਵੇਖੋ, ਇਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਲੱਖੇ ਦਾ ਯੋਗਦਾਨ ਨਹੀਂ ਹੈ, ਬੇਸ਼ੱਕ ਦੀਪ ਅੱਜ ਬਾਹਰ ਹੈ ਜਾਂ ਉਹਦਾ ਯੋਗਦਾਨ ਨਹੀਂ ਹੈ, ਜਾਂ SFS ਵਾਲੇ ਬੱਚਿਆਂ ਦਾ ਯੋਗਦਾਨ ਨਹੀਂ ਹੈ, ਜਾਂ ਕੰਨੂ ਪ੍ਰਿਆ ਹੁਣਾਂ ਨੇ, ਇੱਕ ਪੜ੍ਹੀ ਲਿਖੀ ਬੱਚੀ ਆਪਣੀਆਂ ਨਾਲ ਲੈ ਕੇ ਕੁੜੀਆਂ ਦੇ ਨਾਲ ਡਫਲੀ ਵਜਾ ਕੇ ਲੋਕਾਂ ਨੂੰ ਸਾਰੀ ਰਾਤ ਜਾਗਰੂਕ ਕਰਦੀ ਸੀ। ਅੱਜ ਉਹਨਾਂ ਦੇ ਕੀਤੇ ਹੋਏ ਜਿਹੜੇ ਯੋਗਦਾਨ ਨੇ ਉਹਨਾਂ ਨੂੰ ਅਸੀਂ ਭੁਲਾ ਨਹੀਂ ਸਕਦੇ। ਸੋ ਮੈਂ ਚਾਹੁੰਦਾ ਕਿ ਜੇ ਗੱਲ ਸ਼ੁਰੂ ਹੋਣੀ ਹੈ ਤਾਂ ਸਾਰਿਆਂ ਦੇ ਨਾਲ ਹੋਣੀ ਚਾਹੀਦੀ ਹੈ, ਕਿਸੇ ਇਕੱਲੇ ਦੇ ਨਾਲ ਨਹੀਂ। ਜੇ ਅੱਜ ਮੈਂ ਇਕੱਲਾ ਗੱਲ ਕਰਦਾ ਤਾਂ ਮੈਨੂੰ ਇੰਝ ਲੱਗਦਾ ਹੈ ਕਿ ਜਿਨ੍ਹਾਂ ਨੂੰ ਗਦਾਰ ਕਿਹਾ ਗਿਆ ਇਹ ਮੇਰੇ ਵੱਲੋਂ ਉਹਨਾਂ ਦੇ ਨਾਲ ਵਸਾਕਾਤ ਹੋਵੇਗਾ। ਮੈਨੂੰ ਐਵੇਂ ਦੀ ਸਟੇਜ ਦੀ ਲੋੜ ਨਹੀਂ। ਕਿਸਾਨ ਜਥੇਬੰਦੀਆਂ ਦੇ ਨਾਲ ਖਾਸ ਕਰ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਬਸ ਇਹੀ ਨੌਜਵਾਨਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਅਸੀਂ ਇਸ ਸੰਘਰਸ਼ ਦੇ ਵਿੱਚੋਂ ਅਧਿਕਾਰਕ ਤੌਰ ਤੇ ਪੂਰੀ ਤਰ੍ਹਾਂ ਦੇ ਨਾਲ ਬਾਹਰ ਹਾਂ। ਮੈਂ ਅਖਬਾਰ ਜ਼ਰੂਰ ਚਲਾ ਰਿਹਾ ਕਿਸਾਨ ਟਰਾਲੀ ਟਾਈਮ, ਜਿਹਦੇ ਕਰਕੇ ਮੈਨੂੰ ਇੱਥੇ ਰੋਜ਼ ਰਹਿਣਾ ਪੈਂਦਾ ਹੈ। ਮੇਰੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਮਾਝੇ ਕਰਕੇ, ਕਿਉਂ ਸਾਡੇ ਇਲਾਕੇ ਦੀ ਜਥੇਬੰਦੀ ਨੇ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜੀਆਂ ਹੋਈਆਂ ਨੇ। ਨੌਜਵਾਨਾਂ ਨੂੰ ਮੈਂ ਸੱਦਾ ਦੇਣਾ ਚਾਹੁੰਦਾ ਕਿ ਵੱਧ ਤੋਂ ਵੱਧ ਕਿਸਾਨ ਜਿਹੜਾ ਸੰਯੁਕਤ ਮੋਰਚੇ ਦਾ ਮੰਚ ਹੈ ਉਹਦੇ ਉੱਪਰ ਪਹੁੰਚਣ, ਤੇ ਜਿਹੜੀ ਅਸੀਂ ਜ਼ਿੰਮੇਵਾਰੀ ਨਿਭਾਈ ਸੀ ਉਹ ਜ਼ਿੰਮੇਵਾਰੀ ਹੁਣ ਉਹ ਨਿਭਾਉਣ ਕਿ ਇਹ ਜਿਹੜੇ ਆਗੂ ਆ ਕਿਤੇ ਸਰਕਾਰ ਦੇ ਨਾਲ ਸੌਦਾ ਨਾ ਕਰ ਸਕਣ, ਇਹ ਵੇਚ ਨਾ ਸਕਣ, ਇਹ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ। ਜਿਹੜੇ ਆਗੂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣਗੇ ਅਸੀਂ ਖੁਦ ਉਹਨਾਂ ਨੂੰ ਸਿਜਦਾ ਕਰਾਂਗੇ, ਤੇ ਜਿਹੜੇ ਆਗੂ ਵਿਕਣ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਉੱਪਰ ਗਦਾਰੀ ਦਾ ਠੱਪਾ ਤਾਂ ਲੱਗੇਗਾ। ਲੱਗਦਾ ਹੈ ਤੁਹਾਨੂੰ ਵੀ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਆਗੂ ਹੈਗੇ ਨੇ ਜਿਹੜੇ ਵਿਕਣ ਦੇ ਲਈ ਉਤਾਵਲੇ ਹੋਣ? ਵੇਖੋ ਜੀ, ਇਹ ਤਾਂ ਸੰਯੁਕਤ ਮੋਰਚੇ ਦੇ ਵਿੱਚੋਂ ਹੀ ਗੱਲਾਂ ਉਸੇ ਵੇਲੇ ਤੁਹਾਡੇ ਮੀਡੀਆ ਤੱਕ ਵੀ ਆ ਗਈਆਂ ਸੀ ਤੇ ਉੱਡ ਵੀ ਗਈਆਂ ਸੀ ਕਿ ਕੁਝ ਲੋਕ ਜਿਹੜੇ ਨੇ ਅਮੈਂਡਮੈਂਟਸ ਦੇ ਉੱਪਰ ਜਾਂ ਸਸਪੈਂਸ਼ਨ ਦੇ ਉੱਪਰ ਰਾਜੀ ਨੇ। ਇਹ ਤਾਂ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕਰਨਾ ਹੈ ਕਿ ਵੇਖੋ, ਮੈਂ ਪਹਿਲੇ ਦਿਨ ਨਾ ਅੱਜ ਤੋਂ ਕੋਈ 1 ਮਹੀਨਾ ਪਹਿਲਾਂ ਮੈਂ ਇੱਕ ਵੀਡੀਓ ਦੇ 'ਚ ਇੱਕ ਗੱਲ ਕਹੀ ਸੀ ਕਿ ਜਿਹੜੀਆਂ ਗੱਲਾਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਪਰੋਂ ਕੀਤੀਆਂ ਜਾ ਰਹੀਆਂ ਨੇ ਨਾ, ਇਹ ਜਦੋਂ ਗੱਲਾਂ ਨੂੰ ਮਨ ਦੇ ਵਿੱਚ ਵਸਾ ਕੇ ਨੌਜਵਾਨ ਭੜਕ ਗਏ ਤੇ ਇਹਨਾਂ ਜ਼ਿੰਮੇਵਾਰੀ ਲੈਣ ਤੋਂ ਭੱਜ ਜਾਣਾ। ਉਹੀ ਗੱਲ ਹੋਈ ਨਾ, ਮੰਚ ਤੋਂ ਕਿਹਾ ਜਾਂਦਾ ਸੀ ਮੋਦੀ ਦੀ ਹਿੱਕ ਤੇ ਟਰੈਕਟਰ ਚੜਾ ਦਾਂਗੇ, ਮੋਦੀ ਦੀ ਹਿੱਕ ਤੇ ਘੋੜੇ ਨੱਚਣਗੇ, ਲਾਲ ਕਿਲੇ ਤੇ ਆਪਣਾ ਝੰਡੇ ਚਲਾ ਦੇਵਾਂਗੇ, ਅਸੀਂ ਟਰੈਕਟਰ ਜਿਹੜੇ ਨੇ ਉਹ ਮੱਥਾ ਟੇਕਣ ਲਈ ਨਹੀਂ ਮੰਗਾਏ, ਅਸੀਂ ਧੂਫ ਬੱਤੀ ਲਈ ਮੰਗਾਏ। ਕਿੰਨੀਆਂ ਗੱਲਾਂ ਨੌਜਵਾਨਾਂ ਨੂੰ ਉਕਸਾਉਣ ਵਾਲੀਆਂ ਕੀਤੀਆਂ, ਨੌਜਵਾਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਭੜਕਾਇਆ ਗਿਆ। ਤੇ ਜਦੋਂ ਨੌਜਵਾਨਾਂ ਨੇ ਫਿਰ ਨਾਲ ਤੁਰ ਲਈ ਕਿਹਾ ਤੇ ਉਦੋਂ ਲੀਡਰਾਂ ਨੇ ਆਪਣਾ ਜਿਹੜਾ ਰਸਤਾ ਸੀ ਉਹ ਬਦਲ ਲਿਆ। ਸੋ ਇਸ ਕਰਕੇ ਮੈਂ ਅੱਜ ਵੀ ਕਹੂੰਗਾ ਕਿ ਓਨੀ ਕੁ ਹੀ ਗੱਲ ਮੰਚ ਦੇ ਉੱਪਰ ਕਰੋ ਜਿੰਨੀ ਕਿ ਤੁਹਾਡੀਆਂ ਲੱਤਾਂ ਭਾਰ ਚੱਲਦੀਆਂ ਨੇ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ। ਮਨ ਦੇ ਬਲਬਲੇ ਨੇ ਵੀ ਇਕੱਠੇ ਹੋਣ ਦੀ ਜ਼ਰੂਰਤ ਜ਼ਰੂਰ ਹੈ, ਪਰ ਜਿਹੜੇ ਨੌਜਵਾਨ ਨੇ ਉਹ ਅੱਗੇ ਆਉਣ ਤੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਹਿਲਾਂ ਹੈ ਇਹ ਸੰਘਰਸ਼ ਚੱਲਦਾ ਰਿਹਾ, ਉਸੇ ਤਰ੍ਹਾਂ ਹੀ ਮਿਲ ਬੈਠ ਕੇ ਆਪਾਂ ਇਸ ਸੰਘਰਸ਼ ਨੂੰ ਹੋਰ ਅੱਗੇ ਲੈ ਕੇ ਜਾਈਏ। ਅਜੇ ਕਹਿੰਦੇ ਵੀ ਅਸੀਂ ਥੋੜ੍ਹਾ ਜਿਹਾ ਦੂਰ ਰਹਿਣਾ ਚਾਹੁੰਦੇ ਹਾਂ ਕਿਉਂਕਿ 26 ਤਰੀਕ ਤੋਂ ਬਾਅਦ ਦੇ ਵਿੱਚ ਜੋ ਘਟਨਾਕ੍ਰਮ ਸਾਹਮਣੇ ਆਇਆ ਹੈ ਉਹ ਵੀਰ ਜੀ ਉਹਨਾਂ ਨੇ ਸਾਰੀ ਗੱਲ ਸਾਡੇ ਨਾਲ ਕਲੀਅਰ ਕੀਤੀ ਹੈ। ਇਹੀ ਮਨ ਦੇ ਬਲਬਲੇ ਨੇ ਵੀ ਬੜੇ ਧਿਆਨ ਦੇ ਨਾਲ ਦੇਖ ਕੇ ਸੰਯੁਕਤ ਮੋਰਚੇ ਦੇ ਵੱਲ ਜਿਹੜਾ ਹੈਗਾ ਉਹ ਤਿੱਖਰ ਬੁੱਧੀ ਦੇ ਨਾਲ, ਤਰਕ ਦੇ ਨਾਲ ਵੇਖਿਆ ਜਾਵੇ ਵੀ ਕੀ ਉੱਥੇ ਹੋ ਰਿਹਾ ਹੈ ਤੇ ਕੀ ਅਸੀਂ ਕਰਨਾ ਹੈ। ਉਕਸਾਇਆ ਨਾ ਜਾਵੇ ਨੌਜਵਾਨਾਂ ਨੂੰ। ਇਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਕਿਹਾ ਹੈ ਵੀ ਉਨੀ ਕੁ ਗੱਲ ਕੀਤੀ ਜਾਵੇ ਜਿੰਨੀ ਕੁ ਗੱਲ ਕਰਨਾ ਚਾਹੁੰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਅਮਰਪ੍ਰੀਤ ਸਿੰਘ ਗੁੱਜਰਵਾਲ, ਸੁਰਖਾਬ TV।